केंद्र सरकार की तरफ से जारी किए गए 3 खेती ऑर्डिनेंस बिल को लेकर किसानों में भारी आक्रोश देखने को मिल रहा है। किसान लगातार दिल्ली बॉर्डर और केंद्र सरकार के खिलाफ रोष प्रदर्शन कर रहे हैं, परंतु केंद्र सरकार के कान पर जू तक नहीं रेंग रही है। इस 3 ऑर्डिनेंस बिलों में एक इस तरह का कानून है जो कि किसानों को रास नहीं आ रहा है। कॉन्ट्रैक्ट खेतीबाड़ी केंद्र सरकार कह रही है यह खेत किसानों के लिए लाभप्रद है, परंतु किसान इसको रद्द कर रहे हैं। नाभा के कई ऐसे किसान हैं जो कॉन्ट्रैक्ट के आधार पर और खेती करके लाखों का कमाई कर चुके हैं, जिसकी उदाहरण है प्राइवेट कंपनियों को आलू की खेती का कॉन्ट्रैक्ट कर बाद में उनको सस्ते भाव में आलू खरीदा है, जिसके कारण किसान अब कॉन्ट्रैक्ट के आधार को सिरे से नकार चुके हैं। तो वही किसान केंद्र के बड़े आंदोलन का हिस्सा बनता जा रहा है। यह कॉन्ट्रैक्ट आधार जिसकी ग्राउंड जीरो से रिपोर्ट तैयार करके लोगों को समझाने की कोशिश की गई। नावा ब्लॉक का गाँव दुलद्दी, जहाँ अलग अलग किसानों की तरफ से करीब 10 साल पहले कॉन्ट्रैक्ट के आधार और आलू की खेती की गई थी, परंतु कंपनी की तरफ से उन्हें तो न बढ़िया भाव दिया गया और बाद में उनको बढ़िया भाव देने की बजाय उनको कॉन्ट्रैक्ट बेस घाटे का सौदा बना दिया गया। वही किसान इस खेती ऑर्डिनेंस बिल का विरोध कर रहे हैं, क्योंकि इन तीनों बिलों में एक इस तरह का बिल है जो कॉन्ट्रैक्ट का बिल है, जिसे करके किसान इस बिल से डर रहे हैं, क्योंकि जो भी कंपनी कॉन्ट्रैक्ट के आधार पर उनकी फसल लेगी, किसानों को पता है कि उनको फसल का सही मूल्य नहीं मिलेगा, जिसके कारण किसान अपनी ज़मीन बेचने के लिए मजबूर हो जाएंगे। 3 साल बाद कनेक्ट खेती है, उਦੋਂ ਬਾਅਦ ਤਾਂ ਇਹ ਬੇਕਾਰ ਆ। ਉਦੋਂ ਬਾਅਦ ਤਾਂ ਇਹ ਕਹਿੰਦੇ ਨੇ ਵੀ ਇਹ ਕੀ ਚੀਜ਼ ਆ, ਹੁਣ ਫਸ ਗਿਆ ਸਾਡੇ ਕੋਲ। ਉਹ ਕਿਤੇ ਜਾ ਨਹੀਂ ਸਕਦਾ ਹੈਗਾ, ਬੀਜ ਲੈਂਦਾ, ਉਹਦਾ ਬੀਜ ਹੁੰਦਾ, ਉਹਦੇ ਸੰਦ ਖਰੀਦ ਲੈਂਦੇ ਨੇ। ਪਹਿਲਾਂ ਹੁਣ ਆਲੂ ਬੀਜਣ ਨੂੰ ਪੱਟਣ ਨੂੰ ਪਹਿਲਾਂ 2-2 4-4 ਲੱਖ ਦੀਆਂ ਮਸ਼ੀਨਰੀਆਂ ਚੱਲੀਆਂ ਨੇ, ਇਹਨਾਂ ਦਬਾਤੀਆਂ ਅਗਲੇ ਨੂੰ ਵੀ ਹਾਂ ਅਸੀਂ ਲੈ ਰਹੇ ਹਾਂ, ਉਦੋਂ ਮੁੜ ਕੇ ਬੇਕਾਰ। ਸਾਨੂੰ ਤਾਂ ਜਿਹੜੀ ਉਹਦੀ ਪ੍ਰੋਫਿਟ ਆ, ਜਿਹੜੀ 2 ਸਾਲ ਪ੍ਰੋਫਿਟ ਦੇ ਕੇ ਉਹ ਸਾਨੂੰ ਸੰਦੇਹ ਕਰਾਉਂਦੇ ਖਰੀਦਣ ਦੇ ਲਾਉਂਦੇ, ਉਦੋਂ ਮੁੜ ਕੇ ਬੇਕਾਰ ਹੋ ਜਾਣਾ। ਅਸੀਂ ਤਾਂ ਹੀ ਜਿਹੜੇ ਕਿਸਾਨ ਅੰਦੋਲਨ ਤੇ ਤਾਂ ਉਹਨਾਂ ਨੂੰ ਦੇਖ ਰਿਹਾ ਵੀ ਕੰਟਰੈਕਟ ਵਿੱਚ ਸਾਡਾ ਬਿਲਕੁਲ ਅਸੀਂ ਦਿਵਾਲਾ ਕਰ ਦਿੱਤੀ ਸਰਕਾਰ। ਕੋਈ ਅੱਜ ਤੱਕ ਮੇਰੀ ਉਮਰ ਦੇ 50 ਸਾਲ ਦੀ ਉਮਰ 'ਚ ਅੱਜ ਤੱਕ ਕੋਈ ਮੈਨੂੰ ਇਕੱਠ ਨਹੀਂ ਦਿਖਿਆ ਸੀਗਾ। ਕਿੱਡੇ ਵੀ ਚਾਹੀ ਕਿਸੇ ਕੋਈ ਕਾਨੂੰਨ ਬਦਲਿਆ ਜਾਂ ਕੋਈ ਧਾਰਾ ਤੋੜੀ ਆ ਜਾਂ ਕੋਈ ਹੋਰ ਆ, ਜਿਹੜੇ ਜੇ ਜਮਾਂ ਦੁਖੀ ਨੇ ਤਾਂ ਹੀ ਗਏ ਉੱਥੇ। ਜਿਹੜੀ ਗਰੀਬ ਜਨਤਾ ਵੀ ਆ ਉਹ ਵੀ ਤਾਂ ਹੀ ਗਈ ਹੈਗੀ ਵੀ ਜੇ ਸਾਨੂੰ ਜੇ ਕੱਲ੍ਹ ਨੂੰ ਇਹਨਾਂ ਦਾ ਕਿਸਾਨਾਂ ਦਾ ਕੁਝ ਟੁੱਟ ਗਿਆ ਤਾਂ ਸਾਡੇ ਬੱਲੇ ਵੀ ਕੁਛ ਨਹੀਂ ਰਹਿਣਾ ਹੈਗਾ। ਉਹਨਾਂ ਨੂੰ ਵੀ ਜਿਹੜੀ ਅੱਜ ਫਸਲ ਉਹਨਾਂ ਨੂੰ ਜੇ ਅਸੀਂ ਸਾਡੇ ਕੋਲ ਲਾ ਲਓ ਸਭ ਤੋਂ ਕਣਕ ਲੈ ਗਏ 1800 ਨੂੰ ਦਿੱਤੀ, ਇਹ ਥੋੜ੍ਹਾ ਦੇਣਗੇ 1800 ਨੂੰ ਕਨੈਕਟ ਵਿੱਚ, ਫਿਰ ਦੁਬਾਰਾ ਗਰੀਬਾਂ ਨੂੰ ਸੱਤ ਤਾਂ ਉਸੇ ਰੇਟ 'ਤੇ ਲੈ ਜਾਂਦੇ ਨੇ। ਉਹਦੇ ਤਾਂ ਭੁੱਖੇ ਮਾਰਨ ਵਾਲਾ ਕੰਮ ਹੋ ਜੂ ਇਹਨਾਂ ਦਾ। ਕੰਟਰੈਕਟ ਬੇਸ ਇੱਕ ਵਾਰੀ ਕਰਕੇ ਜੇ ਬਿੱਲ ਲਾਗੂ ਹੁੰਦਾ ਤਾਂ 4 ਗੁਣਾ ਰੇਟ ਵੇਚਣਗੇ। ਬਿਲਕੁਲ ਵੇਚਣਗੇ, ਉਹ ਤਾਂ ਬਿਲਕੁਲ। ਉਹ ਤਾਂ ਪਹਿਲੇ ਹੀ ਉਹਨਾਂ ਨੇ ਆਪਦਾ ਜਿਹੜਾ ਇੰਨੇ ਦੁਨੀਆ ਮੋਦੀ ਸਾਹਿਬ ਨੂੰ ਦਿਖ ਨਹੀਂ ਰਹੀ, ਇੰਨੀ ਪਬਲਿਕ ਦਿੱਲੀ ਬੈਠੀ ਉਹਨੂੰ ਦਿਖ ਨਹੀਂ ਰਹੀ ਵੀ ਸਾਰੀ ਝੂਠ ਬੋਲਦੇ ਨੇ ਵੀ ਤੁਸੀਂ 2 ਬੰਦੇ 3 ਬੰਦਿਆਂ ਦੇ ਅੱਖਾਂ ਕਿ ਨਹੀਂ ਝਾਕੀ ਜਾਂਦੇ ਹੋ। ਜਿਹੜੇ ਇੰਨੇ ਲੱਖਾਂ ਬੰਦੇ ਉੱਥੇ ਬੈਠੇ ਨੇ ਉਹਨਾਂ ਨੂੰ ਧਿਆਨ ਹੀ ਨਹੀਂ ਹੈਗਾ। ਸਾਰੀ ਥੋੜ੍ਹਾ ਹੁਣ ਜੇ ਉੱਥੋਂ 10 ਬੰਦੇ ਲਿਆ ਕੇ ਬੁਲਾ ਲਿਆ, ਉਹ 20 ਬੰਦੇ, ਉਹ ਆਹ ਜਿਹੜਾ ਲੱਖ ਬੰਦਾ ਬੈਠਾ ਇਹ ਨਹੀਂ ਦਿਖ ਰਿਹਾ ਵੀ ਬੈਠੇ ਨੇ ਸੜਕਾਂ 'ਤੇ। ਤੁਹਾਡਾ ਹੁਣ ਸੰਘਰਸ਼ ਜ਼ਿਆਦਾ ਰਹੇਗਾ? ਬਿਲਕੁਲ ਜ਼ਿਆਦਾ ਰਹੇਗਾ ਜੀ, ਪੂਰਾ ਤੇਜ਼ ਕਰਾਂਗੇ ਫੁੱਲ। ਜਿਹੜੇ ਕੋਈ ਰਹਿੰਦਾ ਵੀ ਪੰਜਾਬ 'ਚ ਬੰਦਾ ਸਾਰੇ ਜਾ ਕੇ ਦਿੱਲੀ ਬੈਠਾਂਗੇ। ਅਲੱਗ-ਅਲੱਗ ਐਕਸਪੀਰੀਅੰਸ ਅਲੱਗ-ਅਲੱਗ ਕ੍ਰੌਪਸ ਤੇ ਜੀ। ਦੇਖੋ ਗੰਨੇ ਦੀ ਲਾ ਲਓ, ਜਦ ਗੰਨੇ ਨਾਲ ਜਿਵੇਂ ਲਾ ਲਓ ਕੋਈ ਧੂਰੀ ਮਿਲ ਹੈ, ਰਖੜਾ ਤਾਂ ਚਲੋ ਸਰਕਾਰੀ ਮਿਲਤੀ ਉਹ ਤਾਂ ਹੋ ਗਈ ਖਤਮ। ਹੁਣ ਧੂਰੀ ਮਿਲ ਤੇ ਲਾ ਲਓ ਆਪਣੀ ਇੱਕ ਖੰਨੇ ਵਾਲੀ ਹੈ ਜੀ, ਇਹ ਤੁਹਾਡੇ ਨਾਲ ਕੰਟਰੈਕਟ ਕਰਨਗੇ 35-40 ਕਿੱਲੇ ਬੌਂਡ ਕਰ ਲੈਂਦੇ ਨੇ ਜੀ। ਬੌਂਡ ਕਰ ਲਏ, ਸੋਤੋਂ ਲੈ ਲਿਆ ਪੇਮੈਂਟਾਂ, ਫਿਰ ਆਪਦੀ ਮਨਮਰਜ਼ੀ ਨਾਲ। ਸਾਡਾ ਸ਼ੂਗਰ ਮਿਲ ਕਾ ਨਹੀਂ, ਮੇਰਾ 75-80 ਹਜ਼ਾਰ ਮਾਰ ਚੁੱਕਿਆ, ਠੀਕ ਹੈ ਜੀ। ਉਸ ਤੋਂ ਬਾਅਦ ਆਜੂ ਆਲੂਆਂ ਤੇ ਪੈਪਸੀ ਆਈ ਤੀ, ਉਹਨੇ ਬੜੇ ਸੁਪਨੇ ਦਿੱਤੇ ਸੋਨੂੰ ਆਮਦਨ ਵੱਧ ਜੂਗੀ। ਉਹਨਾਂ ਨੇ 2 ਸਾਲ ਉਹੀ ਦੇਣਾ, ਉਹ ਤੋਂ ਤੀਜੇ ਸਾਲ ਉੱਥੇ ਹੀ ਛੱਡ ਲਵੇ, ਤੁਹਾਡਾ ਕੁਆਲਿਟੀ ਨਹੀਂ ਆਲੂ ਦੀ ਆਈ ਜੀ, ਤੁਹਾਡਾ ਸ਼ੂਗਰ ਸਹੀ ਨਹੀਂ ਆਇਆ। ਦੇਖੋ ਇਹ ਤਾਂ ਇੱਕ ਕੁਦਰਤੀ ਚੀਜ਼ਾਂ ਨੇ ਜੀ। ਫਸਲ ਦਾ ਰੰਗ ਵੀ, ਮੀਂਹ ਕਣੀ ਬੇਮੌਸਮੀ ਪੈ ਗਈ, ਉਹ ਫਸਲ ਖਰਾਬ ਵੀ ਸਾਡੀ ਵੀ ਖਰਾਬ ਹੋ ਜਾਂਦੀ ਆ। ਕਈ ਵਾਰ ਜਿਵੇਂ ਕਣਕ ਦਾ ਲਾ ਲਓ, ਕਦੇ ਝਾੜ ਘਟ ਗਿਆ ਕਦੇ ਵੱਧ ਗਿਆ। ਕੰਟਰੈਕਟ ਨਾਲ ਤਾਂ ਉਹੀ ਹੋਣਾ, ਜਦ ਝਾੜ ਘਟ ਜਾਊਗਾ। ਇਹ ਜਿਹੜੇ ਕਾਰਪੋਰੇਟ ਨੇ ਇਹਨਾਂ ਨੇ ਸਾਰੀ ਫਸਲ ਤੇ ਹੜੱਪਾ ਮਾਰ ਲਿਆ ਕਰਨਾ ਵੀ ਐਕਤੀ ਫਸਲ ਘੱਟ ਆ, ਅਸੀਂ ਮਹਿੰਗੀ ਕਰਕੇ ਵੇਚਾਂਗੇ। ਜਦ ਵੱਧ ਜਾ ਕਰਨ ਨੂੰ ਉਹੀ ਉਹ ਵੰਡ ਕੇ ਆਇਆ ਕਰੂਗਾ। ਵੀ ਕਹਿਣ ਦਾ ਮਤਲਬ ਜਦ ਸਟੋਰੇਜ ਉਹਨਾਂ ਨੇ ਇਹਨਾਂ ਦੇ ਮੋਦੀ ਸਾਹਿਬ ਦੇ ਬਿੱਲ 'ਚ ਕੀ ਹੈ ਵੀ ਜਿੰਨੀ ਮਰਜ਼ੀ ਸਟੋਰੇਜ ਕਰ ਸਕਦਾ, ਠੀਕ ਹੈ ਜੀ। ਉਹ ਤੁਸੀਂ ਆਪ ਹਿਸਾਬ ਲਾ ਲਓ, ਉਹ ਕਾਰਪੋਰੇਟੇ ਲੈ ਸਕਦੇ ਨੇ, ਆਮ ਬੰਦਾ ਤਾਂ ਲੈ ਨਹੀਂ ਸਕਦਾ ਐਡੀ ਸਟੋਰੇਜ ਨੂੰ। ਸਾਡੇ ਤਾਂ ਥਾਂ ਵੀ ਰੱਖਣ ਨੂੰ ਹੈ ਨਹੀਂ, ਅਸਾਂ ਤਾਂ ਹੀ ਤਾਂ ਇੱਥੋਂ ਟਰਾਲੀ ਭਰੀ ਮੰਡੀ 'ਚ ਲੈ ਜਾਂਦੇ ਹਾਂ। ਜਦ ਉਹਨਾਂ ਨੇ ਸਟਾਕ ਕਰ ਲਿਆ, ਸਟਾਕ ਬਸ ਉਹਨਾਂ ਨੇ ਕਰ ਲਿਆ, ਜਦ ਆਲੇ ਦੁਆਲੇ ਤੁਹਾਡੇ ਕੋਈ ਛੱਡਣਾ ਹੀ ਨਹੀਂ, ਉਹਨਾਂ ਤਾਂ ਆਪੇ ਰੇਟ ਵੱਧ ਜਾਣਾ। ਇਹ ਚੀਜ਼ਾਂ ਕਾਰਪੋਰੇਟ ਨੂੰ ਇਹ ਫਾਇਦਾ, ਕੰਟਰੈਕਟ ਖੇਤੀ ਦਾ ਸਾਨੂੰ ਕੋਈ ਫਾਇਦਾ ਨਹੀਂ। ਤਾਂ ਹੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਜਿਹੜੇ ਹੈਗੇ, ਲੱਖਾਂ ਕਿਸਾਨ ਬਾਰਡਰਾਂ ਤੇ ਦਿੱਲੀ ਬਾਰਡਰ ਤੇ ਬੈਠੇ। ਹਾਂਜੀ ਬਿਲਕੁਲ, ਤਾਂ ਹੀ ਬੈਠੇ ਨੇ। ਜੇ ਉਹ ਸਾਡੀਆਂ ਜਥੇਬੰਦੀਆਂ ਦੇ ਬੰਦਿਆਂ ਨੂੰ ਪਹਿਲਾਂ ਕੌਨਫੀਡੈਂਸ 'ਚ ਲੈਂਦੇ, ਕਿਸਾਨ ਆਗੂਆਂ ਨੂੰ ਲੈਂਦੇ, ਅਗਾਂਹ ਵਧੂ ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈਂਦੇ ਵੀ ਇਹ ਤੁਹਾਡੇ ਲਈ ਬਿੱਲ ਚੰਗੇ ਨੇ, ਉਹ ਪੜ੍ਹਦੇ, ਉਹ ਖੁਦ ਮੰਨਦੇ, ਇੱਥੇ ਫਿਰ ਸੜਕਾਂ 'ਤੇ ਥੋੜ੍ਹੀ ਰੁਲਦੇ,
ਦੇਸ਼ ਦੀ ਆਰਥਿਕਤਾ ਨੂੰ ਇੰਨਾ ਪ੍ਰਭਾਵੀ ਥੋੜੀ ਕਰਦੇ, ਕੋਈ ਇੰਨਾ ਪੜ੍ਹਿਆ ਲਿਖਿਆ ਪਹਿਲਾਂ ਨਹੀਂ ਹਜਾ ਕੋਈ ਸੰਘਰਸ਼ ਹੋ ਗਿਆ ਜੀ। ਕਿਸਾਨੀ ਦਾ ਜਿਵੇਂ ਜੱਟ ਸਿੱਖ ਕਿਸਾਨ ਹੀ ਨੇ, ਜੱਟ ਸਿੱਖ ਇਹ ਤਾਂ ਲੰਗਰ ਲਾਉਣ ਚ ਅੱਗੇ ਆਏ ਨੇ, ਹੁਣ ਵੀ ਉੱਥੇ ਕੋਈ परमात्मा ने किरपा नहीं छड्डी, देश के अन्नदाता रहे ने। इसीलिए लगातार धरना प्रदर्शन कर रहे हैं। इस मौके पर गांव के पूर्व सरपंच किसान गुरचरण सिंह राजेंद्र सिंह के साथ बातचीत की। उन्होंने कहा कि जो सरकार की तरफ से खेती ऑर्डिनेंस बिल बनाए गए हैं वह किसानों के लिए मौत का वारंट है, क्योंकि कॉन्ट्रैक्ट का जो बिल है बहुत ही खतरनाक है, क्योंकि हम ये कॉन्ट्रैक्ट के आधार पर और खेती करके पिछले छोड़ चुके हैं और उसमें हमें बहुत ही नुकसान हुआ था, जिसके कारण किसान केंद्र की सरकार आंदोलन कर रहे हैं। यदि यही कानून वापस न लिए गए तो आने वाले समय में संघर्ष और तेज किया जाएगा। किसानों ने बताया कि आलू की खेती बहुत मेहनत से होती है, परंतु जो कॉन्ट्रैक्ट के आधार पर हमारी आलू की फसल का मूल्य नहीं मिलता, जिससे किसानों को कॉन्ट्रैक्ट के आधार और खेती करने पर ही छोड़ दिया जाता है, जिसकी वजह से बड़ा उदाहरण है। TV1 इंडिया न्यूज के लिए अमरदीप आहूजा की रिपोर्ट, नाभा, पटियाला।